हाँ जी साथियों, सत श्री अकाल जी। अज अपने पंजाब इतिहास नाल संबंधित जी चली जाती सीरीज़ है, उस दे विच अगला अज जिहड़ा हैगा MCQ का आपां जिहड़े हैगे प्रश्न देखांगे। प्रश्न नंबर 1, श्री गुरु नानक देव जी ने दूसरी उदासी कदों अते किहड़ी दिशा विच कीती? 1510 तो 1515 दक्षिण वल, 1511 तो 1515 पूर्व वल, 1508 तो 1515 पच्छम वल, 1512 तो 1516 ਦੇ ਵਿੱਚ ਦੱਖਣ ਵੱਲ। ਸੋ ਇਹਦਾ ਜਿਹੜਾ ਆਪਸ਼ਨ ਹੈਗੀ ਆ ਉਹ ਦੋਸਤੋ ਇੱਕ ਠੀਕ ਹੋ ਜੂਗੀ। 1510 ਤੋਂ 1515 ਤੱਕ ਜਿਹੜੀ ਇਹਨਾਂ ਨੇ ਉਦਾਸੀ ਕੀਤੀ ਸੀਗੀ। ਤੇ ਪ੍ਰਸ਼ਨ ਨੰਬਰ 2, ਗੁਰੂ ਨਾਨਕ ਦੇਵ ਜੀ ਨੇ ਤੀਸਰੀ ਉਦਾਸੀ ਕਦੋਂ ਅਤੇ ਕਿਹੜੀ ਜਿਹੜੀ ਦਿਸ਼ਾ ਵਿੱਚ ਕੀਤੀ? ਜਿਹੜੀ ਤੀਸਰੀ ਉਦਾਸੀ ਹੈਗੀ ਆ 1515 ਤੋਂ 1521 ਪਹਾੜਾਂ ਵੱਲ, 1516 ਤੋਂ ਪਹਾੜਾਂ ਵੱਲ, 1515 ਤੋਂ ਦੱਖਣ ਵੱਲ, ਕੋਈ ਵੀ ਨਹੀਂ। ਸੋ ਜਿਹੜੀ ਇਹਨਾਂ ਨੇ ਤੀਸਰੀ ਉਦਾਸੀ ਜਿਹੜੀ ਸ਼ੁਰੂ ਕੀਤੀ ਸੀਗੀ ਉਹ 1516 ਦੇ ਵਿੱਚ ਪਹਾੜਾਂ ਵੱਲ ਨੂੰ ਜਿਹੜੀ ਸ਼ੁਰੂ ਕੀਤੀ ਸੀਗੀ। ਇਸ ਸਮੇਂ ਇਹਨਾਂ ਨੂੰ ਜਿਹੜਾ ਹੈਗਾ ਹੰਸੂ ਲੋਹਾਰ ਅਤੇ ਸ਼ੀਂਬਾ ਜੀ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਸੀਗੀ। ਇਸ ਦੇ ਲਈ ਇਹ ਜਿਹੜਾ 1516 ਤੋਂ ਪਹਾੜਾਂ ਵੱਲ ਇਹ ਜਿਹੜਾ 100 ਜਿਹੜਾ ਦੂਸਰੀ ਆਪਸ਼ਨ ਹੈ ਜਿਹੜੀ ਠੀਕ ਹੋ ਜਾਵੇਗੀ। ਇਸ ਦੇ ਸਮੇਂ ਇਹਨਾਂ ਨੂੰ ਮਾਨਸਰੋਵਰ ਝੀਲ ਵੀ ਜਾਣ ਦਾ ਮੌਕਾ ਮਿਲਿਆ ਅਤੇ ਨਾਲ ਸਿਆਲਕੋਟ ਅਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਉਹ ਗੁਰੂ ਜੀ ਘੁੰਮੇ। ਅਤੇ ਇਸ ਉਦਾਸੀ ਤੋਂ ਬਾਅਦ ਅਗਲਾ ਪ੍ਰਸ਼ਨ, ਗੁਰੂ ਸਾਹਿਬ ਨੇ ਚੌਥੀ ਉਦਾਸੀ ਕਦੋਂ ਕੀਤੀ? ਸੋ ਪਹਿਲਾ ਜਿਹੜਾ ਇਹਦੀ ਆਪਸ਼ਨ ਹੈਗੀ 1518 ਤੋਂ 1521, 1518 ਤੋਂ 1523 ਅਤੇ 1516 ਤੋਂ 1521 ਪੂਰਬ ਵੱਲ, ਅਤੇ ਜਿਹੜੀ ਅਗਲੀ ਹੈਗੀ ਆਪਸ਼ਨ ਕੋਈ ਵੀ ਨਹੀਂ। ਸੋ ਜਿਹੜੀ ਚੌਥੀ ਉਦਾਸੀ ਸੀਗੀ ਜਿਹੜੀ ਇਹਨਾਂ ਦੀ ਉਹ 1518 ਤੋਂ 1523 ਵਿੱਚ ਜਿਹੜੀ ਪੱਛਮ ਵੱਲ ਹੋਈ ਸੀਗੀ। ਅਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਪ੍ਰਸ਼ਨ ਨੰਬਰ 4, ਇਹ ਕਰਤਾਰਪੁਰ ਸਾਹਿਬ ਦੀ ਨੀਂਹ ਕਦੋਂ ਰੱਖੀ? ਕਰਤਾਰਪੁਰ ਸਾਹਿਬ ਦੀ ਨੀਂਹ ਜਿਹੜੀ ਕਦੋਂ ਰੱਖੀ ਗਈ ਸੀਗੀ? 1521 ਜ਼ਿਲ੍ਹਾ ਨਾਰੋਵਾਲ, 1516 ਜ਼ਿਲ੍ਹਾ ਸ਼ੱਕਰਗੜ੍ਹ, 1517 ਜ਼ਿਲ੍ਹਾ ਸਿਆਲਕੋਟ, 1517 ਜ਼ਿਲ੍ਹਾ ਐਮਨਾਬਾਦ। ਸੋ ਅੱਜ ਕੱਲ੍ਹ ਜਿਹੜਾ ਸਥਾਨ ਪਾਕਿਸਤਾਨ ਦੇ ਵਿੱਚ ਹੈ ਦੋਸਤੋ, ਜਿੱਥੇ ਜਿਹੜਾ ਕਰਤਾਰਪੁਰ ਸ਼ਹਿਰ ਹੈਗਾ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ, ਇਹਨਾਂ ਨੇ ਹੀ ਨੀਂਹ ਰੱਖੀ ਸੀਗੀ। ਇਹ 1521 ਜ਼ਿਲ੍ਹਾ ਨਾਰੋਵਾਲ। ਅਤੇ ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 5, ਗੁਰੂ ਨਾਨਕ ਦੇਵ ਜੀ ਨੇ ਲੰਕਾ ਵਿੱਚ ਕਿਹੜੇ ਸ਼ਾਸਕ ਨੂੰ ਮਿਲੇ? ਜਿਹੜਾ ਗੁਰੂ ਨਾਨਕ ਦੇਵ ਜੀ ਮਿਲੇ ਸੀਗੇ ਆਪਣਾ ਲੰਕਾ ਦੇ ਵਿੱਚ, ਇਹ ਕਿਹਨਾਂ ਨੂੰ ਮਿਲੇ? ਆਂਸਰ ਸ਼ਿਵਨਾਥ, ਸੱਜਣ ਠੱਗ, ਕਾਜੀ ਰੁਕਨਦੀਨ ਅਤੇ ਕੋਈ ਵੀ ਨਹੀਂ। ਸੋ ਇਹ ਮਿਲੇ ਸੀਗੇ ਸ਼ਿਵਨਾਥ ਜੀ ਨੂੰ ਜਦੋਂ ਲੰਕਾ ਦੇ ਵਿੱਚ ਗਏ ਸੀਗੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਮੱਕਾ ਵਿਖੇ ਕਿਸ ਕਾਜੀ ਨੂੰ ਕ੍ਰੋਧ ਆਇਆ? ਕਿਉਂਕਿ ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਮਤਲਬ ਉੱਧਰ ਨੂੰ ਮੱਕੇ ਵੱਲ ਨੂੰ ਜਿਹੜੀਆਂ ਪੈਰ ਕਰਕੇ ਲੱਤਾਂ ਕਰਕੇ ਇਹਨਾਂ ਨੇ ਮਤਲਬ ਸੁੱਤੇ ਸੀਗੇ, ਤਾਂ ਉਸ ਗੁਰੂ ਸਾਹਿਬ ਦੀ ਇਸ ਪੋਜੀਸ਼ਨ ਨੂੰ ਦੇਖ ਕੇ ਉੱਥੋਂ ਦੇ ਜਿਹੜੇ ਕਾਜੀ ਸੀਗਾ ਉਹਨੂੰ ਕ੍ਰੋਧ ਚੜ੍ਹਿਆ ਸੀਗਾ। ਉਹ ਕਿਸ ਕਾਜੀ ਨੂੰ ਚੜ੍ਹਿਆ ਸੀ? ਕਾਜੀ ਸ਼ਿਵਨਾਥ, ਕਾਜੀ ਰੁਕਨਦੀਨ, ਕਾਜੀ ਬੈਜਨਾਥ ਅਤੇ ਕੋਈ ਵੀ ਨਹੀਂ। ਸੋ ਕਾਜੀ ਰੁਕਨਦੀਨ ਨੂੰ ਉੱਥੋਂ ਜਿਹੜਾ ਕ੍ਰੋਧ ਆਇਆ ਸੀ ਕਿ ਵੀ ਗੁਰੂ ਸਾਹਿਬ ਨੇ ਸਾਡੀ ਪਵਿੱਤਰ ਜਗ੍ਹਾ ਵੱਲ ਨੂੰ ਪੈਰ ਕੀਤੇ ਹੈ। ਅਤੇ ਅੱਗੋਂ ਪ੍ਰਸ਼ਨ 7, ਅੰਜਨ ਮੈ ਨਿਰੰਜਨ ਤੋਂ ਕੀ ਭਾਵ ਹੈ? ਆਂਸਰ ਬੁਰਾਈਆਂ ਵਿੱਚ ਰਹਿੰਦੇ ਹੋਏ ਵੀ ਪਵਿੱਤਰ ਜੀਵਨ ਵਿੱਚ ਹੁੰਦੇ ਹੋਏ ਵੀ ਬੁਰਾਈਆਂ। ਅਤੇ ਤੀਸਰਾ ਹੈਗਾ ਜਿਹੜਾ ਬੁਰਾਈਆਂ ਕਰਨਾ ਅਤੇ ਭਗਤ ਰਹਿਣਾ। ਅਤੇ ਅਗਲਾ ਹੈਗਾ ਕੋਈ ਵੀ ਨਹੀਂ। ਸੋ ਇਹਦੇ ਵਿੱਚ ਜਿਹੜਾ ਬੁਰਾਈਆਂ ਵਿੱਚ ਰਹਿੰਦੇ ਹੋਏ ਵੀ ਪਵਿੱਤਰ ਜੀਵਨ ਬਤੀਤ ਕਰਨਾ। ਪ੍ਰਸ਼ਨ ਨੰਬਰ 8, ਜਪਜੀ ਸਾਹਿਬ, ਵਾਰ ਆਸਾ, ਵਾਰ ਮਲਾਰ, 12ਵਾਂ ਕਿਸ ਗੁਰੂ ਦੀਆਂ ਜਿਹੜੀਆਂ ਬਾਣੀਆਂ ਇਹ ਰਚਿਤ ਕੀਤੀਆਂ ਹੋਈਆਂ?
ਆਨਸਰ ਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, 2 ਗੁਰੂ ਨਾਨਕ ਦੇਵ ਜੀ ਅਤੇ 3 ਸ਼੍ਰੀ ਗੁਰੂ ਅਰਜਨ ਦੇਵ ਜੀ। ਜਿਹੜੇ ਚੌਥੀ ਆਪਸ਼ਨ ਹੈਗੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ। ਜਿਹੜੀਆਂ ਇਹ ਬਾਣੀਆਂ ਦੀ ਰਚਨਾ ਕੀਤੀ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਪ੍ਰਸ਼ਨ ਨੰਬਰ 9, ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ? 1539, ਕਰਤਾਰਪੁਰ ਸਾਹਿਬ, 1547, ਨਨਕਾਣਾ ਸਾਹਿਬ, ਨਨਕਾਣਾ ਸਾਹਿਬ ਦੇ ਸਪੈਲਿੰਗ ਜਿਹੜੇ ਹੈਗੇ ਆ ਨਨਕਾਣਾ, ਅਤੇ 1540 ਸ਼੍ਰੀ ਅੰਮ੍ਰਿਤਸਰ ਸਾਹਿਬ, ਅਤੇ ਉਪਰੋਕਤ ਕੋਈ ਵੀ ਨਹੀਂ। ਸੋ ਇਹਨਾਂ ਦਾ ਜਿਹੜਾ ਜੀਵਨ ਕਾਲ ਦਾ ਜਿਹੜਾ ਅੰਤ ਸੀਗਾ, ਜੋਤੀ ਜੋਤ ਸਮਾਏ ਸੀ, ਇਹ 1539 ਦੇ ਵਿੱਚ ਕਰਤਾਰਪੁਰ ਵਿਖੇ ਰਹਿੰਦੇ ਹੋਏ, ਜਿਹੜਾ ਕਿ ਉੱਥੇ ਇਹਨਾਂ ਦੀ ਜੋਤੀ ਜੋਤ ਸਮਾਏ, ਕਿਉਂਕਿ ਅਖੀਰਲਾ ਸਮਾਂ ਜਿਹੜਾ ਗੁਰੂ ਸਾਹਿਬ ਨੇ ਜ਼ਿਆਦਾਤਰ ਉਹ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਬਤੀਤ ਕੀਤਾ ਸੀਗਾ। ਪ੍ਰਸ਼ਨ ਨੰਬਰ 10, ਕਰਤਾਰਪੁਰ ਕੋਰੀਡੋਰ ਕਦੋਂ ਖੋਲ੍ਹਿਆ ਗਿਆ? 17 ਨਵੰਬਰ 2021, 17 ਦਸੰਬਰ 2022, 25 ਜੂਨ 2021 ਅਤੇ ਕੋਈ ਵੀ ਨਹੀਂ। ਸੋ ਇਹਦਾ ਜਿਹੜਾ ਆਪਸ਼ਨ ਹੈਗੀ ਆ ਉਹ 17 ਨਵੰਬਰ 2021 ਨੂੰ ਜਿਹੜਾ ਖੋਲ੍ਹਿਆ ਗਿਆ ਸੀ। ਪ੍ਰਸ਼ਨ ਨੰਬਰ 11, ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸਨ? ਆਨਸਰ ਏ ਅਕਬਰ, ਬੀ ਬਾਬਰ, ਸੀ ਹਿਮਾਯੂੰ ਅਤੇ ਡੀ ਜਿਹੜਾ ਔਰੰਗਜ਼ੇਬ। ਸੋ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਮਕਾਲੀ ਆ ਉਹ ਬਾਬਰ ਸਨ, ਕਿਉਂਕਿ ਜਿਹੜਾ ਬਾਬਰ ਦੇ ਹਮਲੇ ਦੇ ਦੌਰਾਨ ਐਮਨਾਬਾਦ ਜਦੋਂ ਹਮਲਾ ਕੀਤਾ ਸੀ ਬਾਬਰ ਨੇ, ਅਤੇ ਗੁਰੂ ਸਾਹਿਬ ਨੂੰ ਵੀ ਉੱਥੇ ਕੈਦ ਕਰਕੇ ਲਿਆਂਦਾ ਗਿਆ ਸੀ। ਅਤੇ ਉਸ ਸਮੇਂ ਗੁਰੂ ਸਾਹਿਬ ਨਾਲੇ ਤਾਂ ਬਾਣੀ ਪੜ੍ਹ ਰਹੇ ਸੀ ਅਤੇ ਨਾਲੇ ਹੀ ਜਿਹੜਾ ਚੱਕੀ ਜੋਈ ਜਾ ਰਹੀ ਸੀਗੀ, ਕਿਉਂਕਿ ਉਹ ਬਾਬਰ ਨੇ ਹੁਕਮ ਦਿੱਤਾ ਸੀ ਸਾਰੇ ਉਸ ਐਮਨਾਬਾਦ ਦੇ ਨਿਵਾਸੀਆਂ ਨੂੰ ਵੀ ਮੇਰੇ ਘੋੜਿਆਂ ਅਤੇ ਮੇਰੀ ਫੌਜ ਨੂੰ ਆਟਾ ਅਤੇ ਦਾਣਾ ਜਿਹੜਾ ਉਹ ਤੁਸੀਂ ਦਲ ਕੇ ਅਤੇ ਪੀਹ ਕੇ ਖਵਾਓ, ਅਤੇ ਨਾਲ ਨਾਲ ਜਿਹੜੀਆਂ ਹੈਗਾ ਕਿ ਉਸ ਨਾਲ ਸੰਬੰਧਿਤ ਉਸ ਸੀਨ ਨੂੰ ਸੰਬੰਧਿਤ ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਣੀ ਵੀ ਲਿਖੀ ਹੈ। ਸੋ ਇਸ ਦਾ ਜਿਹੜਾ ਉਹ ਦੂਸਰੇ ਨੰਬਰ ਦਾ ਆਨਸਰ ਹੈ ਜਿਹੜਾ ਠੀਕ ਹੋ ਜਾਵੇਗਾ। 12, ਪ੍ਰਸ਼ਨ ਨੰਬਰ 12, ਗੁਰੂ ਸਾਹਿਬ ਨੇ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ? ਅੰਮ੍ਰਿਤਸਰ ਸਾਹਿਬ, ਨਨਕਾਣਾ ਸਾਹਿਬ, ਬਟਾਲਾ ਵਿਖੇ, ਸ਼੍ਰੀ ਕਰਤਾਰਪੁਰ ਸਾਹਿਬ ਵਿਖੇ। ਸੋ ਇਹਦਾ ਜਿਹੜਾ ਆਨਸਰ ਹੈਗੀ ਆ ਉਹ ਡੀ ਆਪਸ਼ਨ ਠੀਕ ਬਣਦੀ ਹੈ, ਕਰਤਾਰਪੁਰ ਸਾਹਿਬ ਵਿਖੇ ਜਿਹੜਾ ਇਹਨਾਂ ਨੇ ਅਖੀਰਲਾ ਸਮਾਂ ਆਪਦਾ ਬਤੀਤ ਕੀਤਾ। ਪ੍ਰਸ਼ਨ ਨੰਬਰ 13, ਸੰਗਤ ਅਤੇ ਪੰਗਤ ਦੀ ਪ੍ਰਥਾ ਕਿਸ ਨੇ ਚਲਾਈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਸ਼੍ਰੀ ਗੁਰੂ ਰਾਮਦਾਸ ਜੀ ਅਤੇ ਉਪਰੋਕਤ ਕੋਈ ਵੀ ਨਹੀਂ। ਸੋ ਜਿਹੜੀ ਲੰਗਰ ਅਤੇ ਜਿਹੜੀ ਸੰਗਤ ਅਤੇ ਪੰਗਤ ਦੀ ਜਿਹੜੀ ਪ੍ਰਥਾ ਹੈਗੀ ਆ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ, ਕਿਉਂਕਿ ਪਹਿਲਾਂ ਸੰਗਤ ਪ੍ਰਥਾ ਜਿਹੜੀ ਚਲਾਈ ਗਈ ਸੀ। ਸੰਗਤ ਦਾ ਮਤਲਬ ਹੁੰਦਾ ਹੈ ਵੀ ਉੱਥੇ ਸੰਗਤ ਕਰਦੇ ਹੋਏ ਹੀ ਉਪਦੇਸ਼ ਦੇਣੇ, ਸੰਗਤ ਇਕੱਠੀ ਕਰਨੀ, ਉਹਨਾਂ ਨੂੰ ਉਪਦੇਸ਼ ਦੇਣੇ, ਅਤੇ ਨਾਲ ਨਾਲ ਹੀ ਫਿਰ ਉਹਨਾਂ ਨੇ ਉਸ ਤੋਂ ਬਾਅਦ ਇਹ ਪਾੜਾ ਮਟਾਉਣ ਦੇ ਲਈ, ਕਿਉਂਕਿ ਉਸ ਸਮੇਂ ਜਾਤ ਪਾਤ ਜ਼ਿਆਦਾ ਚੱਲਦਾ ਸੀ, ਇੱਕੋ ਰਸੋਈ ਦੇ ਵਿੱਚ ਖਾਣਾ ਬਣੇ ਅਤੇ ਉਹ ਇੱਕ ਰੂਪ ਦੇ ਵਿੱਚ ਹੀ ਬੈਠ ਕੇ ਜਿਹੜੀ ਸੰਗਤ ਛਕੇ। ਇਸ ਕਰਕੇ ਜਿਹੜੀ ਸੰਗਤ ਅਤੇ ਪੰਗਤ ਦਾ ਜਿਹੜਾ ਰਿਵਾਜ ਚਲਾਇਆ ਸੀ। ਅੱਗੇ ਪ੍ਰਸ਼ਨ 14, ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 31 ਮਾਰਚ 1504 ਮੱਤੇ ਦੀ ਸਰਾਂ, 31 ਜਨਵਰੀ 1474 ਬਕਾਲਾ, 30 ਦਸੰਬਰ 1409 ਮੱਤੇ ਵਾਲੀ ਸਰਾਂ, ਅਤੇ ਕੋਈ ਵੀ ਨਹੀਂ। ਸੋ ਜਿਹੜੀ ਇਹਨਾਂ ਦਾ ਦੂਜੇ ਗੁਰੂ ਅੰਗਦ, ਯਾਨੀ ਕਿ ਇਹਨਾਂ ਦਾ ਭਾਈ ਲਹਿਣਾ ਸੀ ਨਾਮ, ਉਹਨਾਂ ਦਾ ਜਨਮ ਜਿਹੜਾ 31 ਮਾਰਚ 1504 ਮੱਤੇ ਦੀ ਸਰਾਂ, ਜਿਹੜਾ ਕਿ ਹੁਣ ਮੁਕਤਸਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ, ਭਾਈ ਲਹਿਣਾ ਜੀ ਦੇ ਮਾਤਾ ਪਿਤਾ ਦਾ ਨਾਂ? ਪਿਤਾ ਫੇਰੂਮਲ, ਮਾਤਾ ਦਇਆ ਕੌਰ, ਸੀ ਸਭਰਾਈ ਦੇਵੀ ਅਤੇ ਉਪਰੋਕਤ ਸਾਰੇ। ਇਸ ਦੇ ਵਿੱਚ ਉਪਰੋਕਤ ਸਾਰੇ ਆਊਗਾ ਜੀ, ਕਿਉਂਕਿ ਪਿਤਾ ਫੇਰੂਮਲ ਜੀ ਅਗਲੀਆਂ ਦੋ ਆਪਸ਼ਨਾਂ 'ਚ ਅਸੀਂ ਕਨਫਿਊਜ਼ ਹੋਵਾਂਗੇ। ਮਾਤਾ ਦਇਆ ਕੌਰ ਅਤੇ ਸਭਰਾਈ ਦੇਵੀ ਜਿਹੜੀ ਇੱਕੋ ਹੀ ਮਤਲਬ ਔਰਤ ਦੇ ਨਾਮ ਸੀਗੇ, ਉਹਨਾਂ ਦਾ ਨਾਮ ਮਾਤਾ ਦਇਆ ਕੌਰ ਵੀ ਸੀ ਅਤੇ ਸਭਰਾਈ ਦੇਵੀ ਵੀ ਸੀਗਾ। 16, ਭਾਈ ਲਹਿਣਾ ਦਾ ਵਿਆਹ ਕਿਸ ਨਾਲ ਹੋਇਆ? ਏ ਬੀਬੀ ਖੀਵੀ,
ਬੀਬੀ ਸੁਲੱਖਣੀ, ਸਾਹਿਬ ਕੌਰ ਅਤੇ ਮਾਈ ਜੀਤਾਂ, ਇਹਨਾਂ ਦਾ ਜਿਹੜਾ ਵਿਆਹ ਹੋਇਆ ਸੀਗਾ ਬੀਬੀ ਖੀਵੀ ਨਾਲ ਹੋਇਆ ਸੀਗਾ। ਪ੍ਰਸ਼ਨ 17, ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਦੇ ਪਰਿਵਾਰ ਸਮੇਤ ਕਿੱਥੇ ਜਾ ਕੇ ਰਹਿਣਾ ਸ਼ੁਰੂ ਕੀਤਾ? ਕਿਉਂਕਿ ਮੱਤੇ ਦੀ ਸਰਾਂ ਦੇ ਵਿੱਚ ਸੀਗੇ, ਇੱਥੇ ਇਹਨਾਂ ਦਾ ਪਿਤਾ ਸੀ ਜਿਹੜਾ ਵਪਾਰੀ ਸੀਗੇ, ਇੱਕ ਦੁਕਾਨਦਾਰ ਸੀ ਸ਼ਾਇਦ, ਤਾਂ ਉਸ ਸਮੇਂ ਇੱਥੇ ਇਹਨਾਂ ਦਾ ਕੰਮਕਾਜ ਜਿਹੜਾ ਨਹੀਂ ਸੀ ਚੱਲਦਾ, ਤਾਂ ਇਹਨਾਂ ਨੇ ਆਪਦੇ ਕੰਮਕਾਜ ਨੂੰ ਚਲਾਉਣ ਦੇ ਲਈ ਇੱਥੋਂ ਮਾਈਗ੍ਰੇਟ ਕਰਕੇ ਹੋਰ ਥਾਂ 'ਤੇ ਰਹਿਣਾ ਸ਼ੁਰੂ ਕੀਤਾ ਸੀ। ਉਹ ਕਿੱਥੇ ਸ਼ੁਰੂ ਕੀਤਾ ਸੀ? ਮੱਤੇ ਦੀ ਸਰਾਂ ਤੋਂ ਬਾਅਦ ਜਾ ਕੇ ਹਰੀਕੇ ਰੁਕੇ, ਜਾਂ ਖਡੂਰ ਸਾਹਿਬ, ਜਾਂ ਫਿਰ ਉਪਰੋਕਤ ਦੋਹੇ, ਜਾਂ ਕੋਈ ਵੀ ਨਹੀਂ। ਤਾਂ ਇਹ ਜਿਹੜਾ ਉਪਰੋਕਤ ਦੋਵੇਂ ਸਹੀ ਹੋਊਗਾ ਜੀ, ਹਰੀਕੇ ਅਤੇ ਖਡੂਰ ਸਾਹਿਬ। ਪ੍ਰਸ਼ਨ 18, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਲਿਪੀ ਵਿੱਚ ਕੀ ਕਮੀ ਸੀਗੀ? ਆਪਾਂ ਨੂੰ ਪਤਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਗੁਰਮੁਖੀ ਲਿਪੀ ਉਸ ਸਮੇਂ ਚੱਲਦੀ ਸੀਗੀ, ਇੱਕ ਤਾਂ ਇਹਨਾਂ ਦਾ ਗੁਰਮੁਖੀ ਨਾਮ ਮਤਲਬ ਪਿਆ ਕਿ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ, ਪਹਿਲਾਂ 35 ਅੱਖਰੀ ਜਾਂ ਕੁਝ ਹੋ ਇੱਦਾਂ ਦੇ ਹੋਰ ਜਿਹੜੇ ਨਾਮ ਸੀਗੇ। ਤਾਂ ਦੂਸਰੀ ਗੱਲ, ਇਹਨਾਂ ਨੇ ਉਸ ਸਮੇਂ ਜਦੋਂ ਲਿਪੀ ਦੇ ਵਿੱਚ ਦੇਖਿਆ ਵੀ ਕੀ ਚੀਜ਼ ਨਹੀਂ ਹੈ ਜਿਹਦੇ ਵਿੱਚ ਉਚਾਰਨ ਦੇ ਵਿੱਚ ਪੰਜਾਬੀ ਨੂੰ ਉਚਾਰਨ ਕਰਦਿਆਂ ਜਾਂ ਲਿਪੀ ਨੂੰ ਮਤਲਬ ਲਿਖਦੇ ਸਮੇਂ ਜਿਹੜਾ ਹੈਗਾ ਪੰਜਾਬੀ ਨੂੰ ਕੋਈ ਦਿੱਕਤ ਆ ਰਹੀ ਹੈਗੀ ਹੈ। ਇਸ ਦੇ ਵਿੱਚ ਸਵਰ ਨਹੀਂ ਸਨ, ਵਿਅੰਜਨ ਨਹੀਂ ਸਨ, ਲਗਾ ਮਾਤਰਾ ਨਹੀਂ ਸਨ, ਜਾਂ ਉਪਰੋਕਤ ਫਿਰ ਕੋਈ ਵੀ ਨਹੀਂ। ਸੋ ਉਸ ਸਮੇਂ ਜਿਹੜੀ ਲਿਪੀ ਚੱਲਦੀ ਸੀ ਉਸ ਦੇ ਵਿੱਚ ਸਵਰ ਨਹੀਂ ਸਨ, ਜਿਨ੍ਹਾਂ ਦੀ ਗਿਣਤੀ ਅੱਜ ਜਿਹੜੀ 3 ਹੈ। ਇੱਕ ਹੋਰ ਪ੍ਰਸ਼ਨ ਆਪਾਂ ਜਿਹੜੇ ਗਲਤ ਕਰਦੇ ਹਾਂ ਜ਼ਿਆਦਾਤਰ, ਜਿਹੜੇ ਪੰਜਾਬੀ ਦੇ ਵਿੱਚ ਸਵਰਾਂ ਦੀ ਗਿਣਤੀ 3 ਹੈਗੀ ਹੈ, ਅਤੇ ਪੰਜਾਬੀ ਦੇ ਵਿੱਚ ਸਵਰ ਹੈ ਜਿਹੜੇ 3 ਹੈ, ਅਤੇ ਪਰ ਸਵਰ ਧੁਨੀਆਂ ਜਿਹੜੀਆਂ ਸਵਰ ਧੁਨੀਆਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 10 ਹੈ। ਸਵਰ ਅਤੇ ਸਵਰ ਧੁਨੀਆਂ ਦੇ ਵਿੱਚ ਵੱਖਰਾ ਵੱਖਰਾ ਪ੍ਰਸ਼ਨ ਆਊਗਾ ਅਤੇ ਧਿਆਨ ਨਾਲ ਅਟੈਂਪਟ ਕਰਾਂਗੇ। ਪ੍ਰਸ਼ਨ ਨੰਬਰ 19, ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸਲੋਕਾਂ ਦੀ ਰਚਨਾ ਕੀਤੀ? ਦੂਸਰੇ ਗੁਰੂ ਅੰਗਦ ਦੇਵ ਜੀ ਨੇ ਸਲੋਕ ਕਿੰਨੇ ਰਚੇ? 61 ਜਾਂ 62, 64 ਜਾਂ 64, ਸੌਰੀ ਆਪਸ਼ਨ ਸੇਮ ਹੋ ਗਈ, 70 ਜਾਂ 75, ਅਤੇ ਜਾਂ ਉਪਰੋਕਤ ਕੋਈ ਵੀ ਨਹੀਂ। ਇਸ ਦਾ ਜਿਹੜਾ ਪਹਿਲਾ ਆਨਸਰ ਠੀਕ ਆ ਜਾਊਗਾ 61 ਜਾਂ 62। ਪ੍ਰਸ਼ਨ 20, ਅੰਗਦ ਦੇਵ ਜੀ ਨੇ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ, ਐਕਚੁਅਲੀ ਇੱਥੇ ਦੇ ਉੱਤਰਾਧਿਕਾਰੀ ਅੰਗਦ ਦੇਵ ਜੀ ਨੇ ਜਾਣੀ ਕਿ ਇਹਨਾਂ ਨੇ ਗੱਦੀ ਕਦੋਂ ਸੌਂਪੀ? ਪ੍ਰਸ਼ਨ ਇਹ ਸੀਗਾ, ਥੋੜ੍ਹਾ ਜਿਹਾ ਤਰੁੱਟੀ ਹੈਗੀ ਹੈ। ਗੁਰੂ ਅੰਗਦ ਦੇਵ ਜੀ ਨੇ ਗੱਦੀ ਕਦੋਂ ਅਗਲੇ ਜਿਹੜੇ ਹੈਗਾ ਗੱਦੀ ਸੌਂਪੀ, ਜਿਹੜੇ ਅਗਲੇ ਗੁਰੂ ਸਾਹਿਬਾਨ ਨੂੰ ਉਹ ਸੌਂਪੀ ਸੀ ਜਿਹੜੀ, ਉਹ 29 ਮਾਰਚ 1552 ਨੂੰ ਜਾਂ 29 ਦਸੰਬਰ 1554 ਨੂੰ, ਉਪਰੋਕਤ ਦੋਵੇਂ ਜਾਂ ਕੋਈ ਵੀ ਨਹੀਂ। ਸੋ 29 ਮਾਰਚ 1552 ਨੂੰ ਇਹਨਾਂ ਨੇ ਜਿਹੜੀ ਉਹ ਗੱਦੀ ਅਗਲੇ ਗੁਰੂ ਸਾਹਿਬ ਨੂੰ ਸੌਂਪੀ ਸੀਗੀ। ਅਤੇ ਪ੍ਰਸ਼ਨ ਨੰਬਰ 22, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ? ਆਨਸਰ 1, ਦਾਤੂ ਅਤੇ ਦਾਸੂ, ਸ਼੍ਰੀ ਚੰਦ ਅਤੇ ਲਖਮੀ ਦਾਸ, ਮੋਹਨ ਅਤੇ ਮੋਹਰੀ, ਜਾਂ ਉਪਰੋਕਤ ਕੋਈ ਵੀ ਨਹੀਂ। ਕੋਈ ਵੀ ਨਹੀਂ। ਸੋ ਇਹਦੇ ਵਿੱਚ ਕੀ ਹੈਗਾ, ਇਹ ਆਪਸ਼ਨ ਠੀਕ ਹੋ ਜੂਗੀ, ਦਾਤੂ ਅਤੇ ਦਾਸੂ। ਸੋ ਇਹ ਸੀਗੇ ਜੀ ਆਪਣੇ ਅੱਜ 22 MCQ। ਹੋਰ ਵੀ ਕਾਫੀ ਇਸ ਦੇ ਨਾਲ ਸੰਬੰਧਿਤ ਜਿਹੜੇ ਇੰਪੋਰਟੈਂਟ ਪ੍ਰਸ਼ਨ ਹੈ ਜਿਹੜੇ ਰਹਿ ਗਏ, ਜਿਹੜੇ ਕਿ ਅਕਸਰ ਹੀ ਇਮਤਿਹਾਨ ਦੇ ਵਿੱਚ ਪੁੱਛੇ ਜਾਂਦੇ ਹੈਗੇ ਆ, ਅਤੇ ਉਸ ਦੇ ਸੰਬੰਧੀ ਵੀ ਆਪਾਂ ਇੱਕ ਮਤਲਬ ਵੀਡੀਓ ਹਰ ਰੋਜ਼ ਆਊਗੀ, ਅਤੇ ਆਪਾਂ ਜਿਹੜੇ ਰਹਿ ਜਾਂਦੇ ਪ੍ਰਸ਼ਨ ਉਹ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਐਡ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਤੁਸੀਂ ਵੀਡੀਓ ਦੇਖੀ, ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਹੀ ਲੱਗੀ, ਚੰਗੀ ਲੱਗੀ, ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖ